ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਤਿਗੁਰਾਂ ਨੇ ਜਪਜੀ ਸਾਹਿਬ ਦੀ ਬਾਣੀ ਉਚਾਰਨ ਕਰਦਿਆਂ ਹੋਇਆਂ ਇੱਕ ਸਵਾਲ ਸ਼ੁਰੂਆਤ ਦੇ ਵਿੱਚ ਹੀ ਪੈਦਾ ਕੀਤਾ ਹੈ ਔਰ ਉਸ ਦਾ ਉੱਤਰ ਵੀ ਨਾਲ ਹੀ ਬਖਸ਼ਿਆ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹੈ, ਸੋਚੈ ਸੋਚ ਨਾ ਹੋਵੀ, ਜੇ ਸੋਚੀ ਲਖ ਵਾਰ, ਚੁੱਪੈ ਚੁੱਪ ਨਾ ਹੋਵੀ, ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ, ਸਹਿ ਸਿਆਣਪਾ ਲਖ ਹੋਏ, ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਏ। ਗੁਰੂ ਸਾਹਿਬ ਨੇ ਇੱਕ ਪ੍ਰਸ਼ਨ ਕੀਤਾ ਹੈ, ਕਿਵ ਸਚਿਆਰਾ ਹੋਈਏ। ਕਿਵ ਸਚਿਆਰਾ, ਸਚਿਆਰਾ ਭਾਵ ਸੱਚ ਦਾ ਧਾਰਨੀ, ਸੱਚ ਧਾਰਨ ਕਰਨ ਵਾਲਾ ਜੀਵ ਮਨੁੱਖ ਜਿਹੜਾ ਹੈ ਉਹ ਕਿਵੇਂ ਹੋ ਸਕਦਾ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਗੁਰੂ ਸਾਹਿਬ ਨੇ ਨਾਲ ਹੀ ਇਹ ਦੱਸਤਾ ਕਿ ਇਸ ਨੂੰ ਕੂੜ ਦੀ ਪਾਲ ਲੱਗੀ ਹੋਈ ਹੈ। ਕੂੜ ਦੀ ਇੱਕ ਦੀਵਾਰ ਇਸ ਦੇ ਅੰਤਰ ਹਿਰਦੇ ਦੇ ਵਿੱਚ ਖੜੀ ਹੋਈ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਅਤੇ ਨਾਲ ਹੀ ਗੁਰੂ ਸਾਹਿਬ ਨੇ ਫਿਰ ਉੱਤਰ ਵੀ ਬਖਸ਼ ਦਿੱਤਾ ਸਾਨੂੰ। ਕਹਿੰਦੇ ਸਤਿਗੁਰੂ ਬਖਸ਼ਿਸ਼ ਕਰਦੇ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿੰਦੇ ਵੀ ਜੇ ਗੁਰਮੁਖ ਪਿਆਰਿਆ, ਜੇ ਤੂੰ ਇਹ ਚਾਹੁੰਦਾ ਕਿ ਤੇਰੀ ਕੂੜ ਦੀ ਪਾਲ ਜਿਹੜੀ ਹੈ ਉਹ ਟੁੱਟ ਜਾਵੇ, ਤੇ ਫਿਰ ਹੁਕਮ ਰਜਾਈ ਉਸ ਪਰਮ ਪਿਤਾ ਪਰਮਾਤਮਾ ਦੇ, ਉਸ ਇੱਕ ਓੰਕਾਰ ਦੇ, ਜੋ ਪਰਮ ਸ਼ਕਤੀ ਹੈ, ਜੋ ਪਰਮ ਤੱਤ ਹੈ, ਜੋ ਅਕਾਲ ਪੁਰਖ ਹੈ, ਜੋ ਸਦਾ ਸਦੀਵੀ ਸੱਚ ਹੈ, ਆਦਿ ਸੱਚ ਹੈ, ਜੁਗਾਦ ਸੱਚ ਹੈ ਵੀ ਸੱਚ ਹੈ, ਨਾਨਕ ਹੋਸੀ ਵੀ ਸੱਚ ਹੈ। ਤੂੰ ਉਸ ਸੱਚ ਨੂੰ ਪ੍ਰਾਪਤ ਕਰ ਸਕਦਾ ਹੈ। ਉਸ ਦਾ ਹੁਕਮ ਜਿਹੜਾ ਹੈ, ਹੁਕਮ ਰਜਾਈ ਚੱਲਣਾ, ਉਸ ਦੇ ਹੁਕਮ ਦੇ ਰਜਾ ਦੇ ਵਿੱਚ ਜਦੋਂ ਚੱਲੇਗਾ ਤੇ ਗੁਰੂ ਸਾਹਿਬ ਕਹਿੰਦੇ ਆ ਵੀ ਤੇਰੀ ਕੂੜ ਦੀ ਪਾਲ ਜਿਹੜੀ ਹੈ ਉਹ ਟੁੱਟ ਜਾਏਗੀ। ਕਿਵ ਸਚਿਆਰਾ ਹੋਈਏ, ਤੂੰ ਸਚਿਆਰਾ ਹੋ ਜਾਏਗਾ, ਸੱਚ ਧਾਰਨੀ ਹੋ ਜਾਏਗਾ, ਸੱਚ ਸਦਾ ਸੱਚਵਾਨ ਹੋ ਜਾਏਗਾ, ਸਤਿਆਵਾਨ ਹੋ ਜਾਏਗਾ। ਤੇ ਗੁਰੂ ਸਾਹਿਬ ਕਹਿੰਦੇ ਆ ਹੁਕਮ ਰਜਾਈ ਚੱਲਣਾ, ਉਸ ਦੇ ਹੁਕਮ ਦੀ ਰਜਾ ਦੇ ਵਿੱਚ ਚੱਲ, ਆਪਣੇ ਜੀਵਨ ਨੂੰ ਉਸ ਦੀ ਰਜਾ ਦੇ ਵਿੱਚ ਧਾਰ ਲੈ, ਆਪਣੇ ਜੀਵਨ ਨੂੰ ਉਸ ਦੀ ਰਜਾ ਦੇ ਵਿੱਚ ਢਾਲ ਲੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਨਾਨਕ, ਇਹ ਪਰਮ ਪਿਤਾ ਪਰਮਾਤਮਾ ਦਾ ਹੁਕਮ, ਪਰਮ ਪਿਤਾ ਪਰਮਾਤਮਾ ਦਾ ਹੁਕਮ ਹੀ ਪਰਮ ਪਿਤਾ ਪਰਮਾਤਮਾ ਹੈ, ਅਤੇ ਇਹ ਹੁਕਮ ਜਿਹੜਾ ਹੈ ਤੇਰੇ ਨਾਲ ਹੀ ਲਿਖਿਆ ਹੋਇਆ ਹੈ। ਕਿਵੇਂ ਹੁਕਮ ਲਿਖਿਆ ਹੈ? ਕਿ ਲਿਖਿਆ ਕਿ ਜੇ ਤੂੰ ਕੂੜ ਕਰੇਗਾ ਤੇ ਪਾਪ ਹੋਏਗਾ, ਪਾਪ ਕਰੇਗਾ ਤੇ ਰੋਗ ਬਣ ਜਾਣੇ। ਇਹ ਹੁਕਮ ਤੇਰੇ ਨਾਲ ਹੀ ਹੈ ਪਹਿਲਾਂ ਹੀ। ਅਗਰ ਤੂੰ ਕੂੜ ਕਰੇਗਾ, ਇਹ ਕੂੜ ਜਿਹੜਾ ਹੈ ਪਾਪ ਹੈ, ਔਰ ਪਾਪ ਦਾ ਫਲ ਜਿਹੜਾ ਹੈ ਉਹ ਤੇਰੇ ਨਾਲ ਹੀ ਪਹਿਲਾਂ ਹੀ ਰਿਜ਼ਰਵ ਤੌਰ ਦੇ ਉੱਤੇ ਪਰਮਾਨੈਂਟਲੀ ਤੇਰੇ ਨਾਲ ਹੀ ਲਿਖਿਆ ਹੋਇਆ ਹੈ ਕਿ ਤੈਨੂੰ ਰੋਗ ਬਣ ਜਾਣੇ ਆ, ਤੈਨੂੰ ਦੁੱਖ ਬਣ ਜਾਣੇ ਆ, ਤੈਨੂੰ ਨਰਕ ਬਣ ਜਾਣਾ। ਅਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਭਾਈ ਸੱਚ, ਇਸ ਸੰਸਾਰ ਦੇ ਵਿੱਚ ਦੋ ਧਾਰਾਵਾਂ ਚੱਲ ਰਹੀਆਂ ਸਾਡੇ ਮਾਨਸਿਕ ਅਵਸਥਾ ਦੀਆਂ, ਇੱਕ ਕੂੜ, ਇੱਕ ਸੱਚ।
एक पासे कूड़ है, एक पासे सच है। कूड़ जे साडा मन वरतेगा, कूड़ साडा मन करेगा, कूड़ साडा मुख बोलेगा, तो फिर वो पाप गिणिया जाएगा। तो फिर पाप का फल जिहड़ा है वो परमात्मा वालों पहला ही रिजर्व किया होया कि तैनूं दुख लगणगे, तैनूं रोग लगणगे, तैनूं नरक लगेगा। ते दूजे पासे जे तू अपने हिरदे दे विच सच धारण करेगा, तू सच बोलेगा, सच ही परम पिता परमात्मा है। जो तू सच बोलेगा उदों तेरा जिहड़ा ये जीवन है सुखमयी हो जाएगा, तैनूं सुखां दी प्राप्ति हो जाएगी और तू उस परम पिता परमात्मा के हुक्म दे विच अपना जीवन जिउण करेगा। फिर ये सुख जिहड़े है तैनूं परम पिता परमात्मा दे नाल मिला देणगे। एक पासे दुख, एक पासे सुख। इस संसार के दो रस्ते है। संसार के जीवन जिहड़े है दो तरह नाल संसार के जीव जिहड़े है जीव अपना जीवन जिउण करते हैं। कूड़ बोलण वाले मनुख जिहड़े है वो हमेशा ही दुख रोगां दे विच ग्रस्त होंदे है और नरक दे रस्ते वाल नूं अपना पैर वधाई जांदे है। दूजे पासे सुख प्राप्त उन्हां नूं हुंदा जो सच बोलदे है, जिन्हां ने अपने हिरदे दे विच सच नूं धारण कर रखिया, दृढ़ निश्चा कर रखिया सच दे उत्ते। सच भाव परम पिता परमात्मा ही सच है। साडे जे मुख तो बोलिया होया, जबान तो बोलिया होया सच जिहड़ा है वो ही परम पिता परमात्मा नूं मिलाउंदा है, वो ही सुख बख्शदा है। ਜਦੋਂ तू सच बोलेगा, ये हुक्म नाल ही लिखिया होया कि तैनूं सुखां दी प्राप्ति होएगी, तैनूं परम पिता परमात्मा दे दरसिदारे भी हो जाणगे। ये हुक्म तेरे नाल ही लिखिया होया है। किव सचियारा होई है, इस तरह दे नाल तू सचियारा हो जाएगा तो तेरे कूड़ दी पाल जिहड़ी है वो टुट जाएगी। ते सतगुरु बख्शिश करते हैं भाई गुरमुख प्यारिया, ये हुक्म है कि हुक्म है कि गुरु साहब कहते हैं भी ये हुक्म एक ऐसी शक्ति है, ऐसी कलम है, ऐसी एक लिखत है, ऐसा एक प्रभाव है कि जदों तू इस हुक्म दे अंदर अपना जीवन जीवेगा उदों तैनूं सच की प्राप्ति हो जाएगी। सच जदों तू सच वरतेगा, जदों सच बोलेगा उदों तैनूं सच दा फल जिहड़ा है वो सुख प्राप्त होवेगा और उदों वो सुखां दे विच तू परम पिता परमात्मा की प्राप्ति भी कर लेगा। तो साध संगत जी गुरु साहब सानू बख्शदे है कि हुक्मी होवण आकार हुक्म ना कया जाई। ये हुक्म भी की है कि ये हुक्म एक ऐसी शक्ति है कि इस दे नाल आकार भाव सारे संसार के जीव जिहड़े है हुक्मी होवण आकार हुक्म न कया जाई। हुक्मी होवण जी हुक्म मिलै वडियाई। हुक्मे उत्तम नीच हुक्मे दुख सुख पाईऐ। इकना हुक्मी बख्शीस हुक्मे अंदर पवाईऐ। हुक्मै अंदर सबको बाहर हुक्म ना कोई। नानक हुक्मै जे बुझै
ਹਉ ਮੈਂ ਕਹੇ ਨ ਕੋਇ। ਸਾਧ ਸੰਗਤ ਜੀ, ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਆ ਕਿ ਭਾਈ ਇਹ ਹੁਕਮ ਕੀ ਚੀਜ਼ ਹੈ, ਹੁਕਮ ਹੈ ਕੀ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਹੁਕਮ ਦੇ ਨਾਲ ਜਿਹੜਾ ਹੈ ਆਕਾਰ ਭਾਵ ਸਾਰੇ ਸੰਸਾਰ ਦੇ ਆਕਾਰ ਜਿਹੜੇ ਹੈ ਕਿਸ ਤਰ੍ਹਾਂ। ਸਭ ਤੋਂ ਪਹਿਲਾਂ ਜਲ ਦਾ ਆਕਾਰ, ਫਿਰ ਧਰਤੀ ਦਾ ਆਕਾਰ, ਫਿਰ ਚੰਦ ਸੂਰਜ ਆਕਾਰ ਬਣੇ। ਇਹ ਸਾਰੇ ਇਸ ਹੁਕਮ ਦੇ ਵਿੱਚ ਹੀ ਬਣੇ। ਇਸ ਤਰ੍ਹਾਂ ਆਕਾਰ ਤਾਰਾ ਮੰਡਲ, ਆਕਾਸ਼ ਮੰਡਲ, ਫਿਰ ਉਸ ਤੋਂ ਬਾਅਦ ਪਵਨ, ਪਾਣੀ, ਅਗਨੀ ਸਾਰੇ, ਔਰ ਇਸ ਤੋਂ ਬਾਅਦ ਜੀਵਾਂ ਦੇ ਆਕਾਰ, ਧਰਤੀ ਦੇ ਉੱਤੇ ਪਸ਼ੂ ਪਕਸ਼ੀਆਂ ਦੇ ਆਕਾਰ, ਦਰਿਆਵਾਂ ਦੇ ਆਕਾਰ, ਪਰਬਤਾਂ ਦੇ ਆਕਾਰ, ਹੋਰ ਸਾਰੀ ਕੁਦਰਤ ਦੇ ਆਕਾਰ ਜਿਹੜੇ ਹੈ ਉਹ ਹੁਕਮ ਨਾਲ ਬਣੇ। ਤੇ ਹੁਕਮ ਵੀ ਗੁਰੂ ਸਾਹਿਬ ਕਹਿੰਦੇ ਹੈ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੈ ਵਡਿਆਈ। ਇਹ ਹੁਕਮ ਆਪਣੇ ਆਪ ਵਰਤ ਜਾਂਦਾ ਹੈ। ਤੇ ਦੂਜੇ ਪਾਸੇ ਜੇ ਅਸੀਂ ਸਾਡੇ ਜੀਵਨ ਦੇ ਵਿੱਚ, ਸਾਡੇ ਮੁੱਖ ਤੋਂ, ਸਾਡੇ ਹਿਰਦੇ ਦੇ ਵਿੱਚ ਸੱਚ ਨੂੰ ਅਸੀਂ ਧਾਰਨ ਕਰ ਲੈਂਦੇ ਹਾਂ, ਸੱਚ ਦੇ ਧਾਰਨੀ ਹੋ ਜਾਂਦੇ ਹਾਂ, ਸੱਚ 'ਤੇ ਦ੍ਰਿੜ ਨਿਸ਼ਚਾ ਕਰ ਲੈਂਦੇ ਹਾਂ, ਪ੍ਰੇਮ ਕਰ ਲੈਂਦੇ ਹਾਂ, ਪ੍ਰਤੀਤ ਕਰ ਲੈਂਦੇ ਹਾਂ, ਤੇ ਫਿਰ ਇਹ ਸੱਚ ਜਿਹੜਾ ਹੈ ਆਪਣੇ ਆਪ ਹੀ ਸੁੱਖ ਦਾ ਹੁਕਮ ਬਣ ਜਾਂਦਾ ਹੈ, ਆਪਣੇ ਆਪ ਹੀ ਪਰਮ ਪਿਤਾ ਪਰਮਾਤਮਾ ਦੇ ਮਿਲਣ ਦਾ ਕਾਰਨ ਬਣ ਜਾਂਦਾ ਹੈ। ਇਹ ਹੁਕਮ ਜਿਹੜਾ ਹੈ ਇਸ ਤਰ੍ਹਾਂ ਦੇ ਨਾਲ ਸਾਡੇ ਜੀਵਨ ਦੇ ਵਿੱਚ ਸਾਡੇ ਕਰਮਾਂ ਦੁਆਰਾ ਆਪਣੇ ਆਪ ਹੀ ਵਰਤਦਾ ਰਹਿੰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਹੁਕਮੀ ਹੋਵਣ ਜੀ, ਹੁਕਮ ਮਿਲੈ ਵਡਿਆਈ। ਇਸ ਤਰ੍ਹਾਂ ਦੇ ਨਾਲ ਸਾਰੇ ਜੀਵ ਜਿਹੜੇ ਸੰਸਾਰ ਦੇ ਹੈ ਨਾ, ਉਹ ਹੁਕਮ ਦੇ ਨਾਲ ਹੀ ਪੈਦਾ ਹੁੰਦੇ ਆ। ਜੀ ਜਿਹੜੇ ਹੈ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਪੈਦਾ ਹੁੰਦੇ ਹੈ, ਔਰ ਹੁਕਮ ਦੇ ਨਾਲ ਹੀ ਇਹ ਸੰਸਾਰ ਦੇ ਵਿੱਚ ਜਨਮ ਲੈਂਦੇ ਆ, ਪ੍ਰਗਟ ਹੁੰਦੇ ਹੈ। ਹੁਕਮ ਦੇ ਨਾਲ ਹੀ ਪਲਦੇ ਹੈ, ਜੀਵਨ ਇਹਨਾਂ ਦਾ ਚੱਲਦਾ ਹੈ, ਔਰ ਹੁਕਮ ਦੇ ਨਾਲ ਹੀ ਇਹ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਕਿਰਿਆਵੰਤ ਕਰਮ ਕਰਦੇ ਹੋਏ ਆਪਣੇ ਜੀਵਨ ਨੂੰ ਅੱਗੇ ਵਧਾਉਂਦੇ ਆ। ਔਰ ਜਿੰਨੀ ਆਜੂ ਪਰਮ ਪਿਤਾ ਪਰਮਾਤਮਾ ਨੇ ਸਾਹਾਂ ਦੀ ਪੂੰਜੀ ਦੇ ਕੇ ਸਾਨੂੰ ਬਖਸ਼ੀ ਹੈ, ਉਨੀ ਆਜੂ ਤੱਕਰ ਇਹ ਜੀਵ ਜਿਹੜੇ ਹੈ ਪਰਮਾਤਮਾ ਦੇ ਹੁਕਮ ਦੇ ਵਿੱਚ ਅੱਗੇ ਦੀ ਅੱਗੇ ਆਪਣਾ ਕਰਮ ਕਰਦੇ ਰਹਿੰਦੇ ਆ। ਔਰ ਉਹਨਾਂ ਕਰਮਾਂ ਦਾ ਫਲ ਜਿਹੜਾ ਹੈ ਇਹ ਹੁਕਮ ਦੁਆਰਾ ਆਪਣੇ ਆਪ ਉਹਨਾਂ ਦੇ ਮਸਤਕ ਦੇ ਉੱਤੇ ਲਿਖਿਆ ਜਾਂਦਾ ਹੈ। ਚਾਹੇ ਸੁੱਖ ਲਿਖਿਆ ਜਾਵੇ, ਚਾਹੇ ਦੁੱਖ ਲਿਖਿਆ ਜਾਵੇ, ਕਰਮ ਜਿਹੜਾ ਕਰਨਗੇ ਉਸੇ ਦਾ ਫਲ ਜਿਹੜਾ ਹੈ ਉਹ ਆਪਣੇ ਆਪ ਪਰਮਾਤਮਾ ਦੇ ਹੁਕਮ ਦੁਆਰਾ ਇਸ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਔਰ ਇਹ ਜੀਵ ਆਪਣੇ ਮੱਥੇ ਦੇ ਉੱਤੇ ਲਿਖ ਕੇ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾਂ ਜੈਸਾ ਕਰਮ ਕੀਤਾ ਹੁੰਦਾ ਹੈ, ਧਰਮ ਰਾਜ ਦੇ ਦੁਆਰੇ ਦੇ ਉੱਤੇ ਜਿਹੜਾ ਇਹਦੇ ਕਰਮਾਂ ਦਾ ਹਿਸਾਬ ਹੁੰਦਾ ਹੈ, ਫਿਰ ਇਹ ਵਹੀ ਦੇ ਵਿੱਚ ਜਿਹੜਾ ਲੇਖਾ ਹੈ ਇਸ ਦੀ ਪੜਤਾਲ ਹੁੰਦੀ ਹੈ। ਔਰ ਉਸ ਦੇ ਮੁਤਾਬਕ ਇਸ ਨੂੰ ਫਲ ਜਿਹੜਾ ਹੈ ਜੈਸਾ ਕੀਤਾ ਹੈ, ਜਿਹਾ ਬੀਜਿਆ ਹੈ, ਉਹੀ ਫਲ ਜਿਹੜਾ ਹੈ ਉਹ ਉਸ ਨੂੰ ਪ੍ਰਾਪਤ ਹੁੰਦਾ ਹੈ। ਜੇ ਦੁੱਖ ਬੀਜੇ ਹੈ ਤਾਂ ਇਸ ਨੂੰ ਦੁੱਖ ਪ੍ਰਾਪਤ ਹੁੰਦੇ ਹੈ, ਜੇ ਪਾਪ ਬੀਜਿਆ ਤੇ ਇਸ ਨੂੰ ਰੋਗ ਬਣ ਜਾਂਦੇ ਹੈ, ਰੋਗ ਬਣ ਜਾਂਦੇ ਹੈ, ਦੁੱਖ ਬਣ ਜਾਂਦੇ ਹੈ। ਫਿਰ ਇਸ ਨੂੰ ਨਰਕ ਦੀ 84 ਲੱਖ ਜੂਨੀਆਂ ਦਾ ਭੋਗ ਵੀ ਭੋਗਣਾ ਪੈਂਦਾ ਹੈ। ਪਰ ਜੇ ਦੂਜੇ ਪਾਸੇ ਸੁੱਖ ਬੀਜਿਆ ਹੈ, ਸੱਚ ਬੀਜਿਆ ਹੈ, ਤੇ ਸੱਚ ਦਾ ਹੁਕਮ ਜਿਹੜਾ ਹੈ ਉਹ ਸੁੱਖ ਬਣਦਾ ਹੈ। ਔਰ ਸੁੱਖ ਦਾ ਹੁਕਮ ਜਿਹੜਾ ਉਹ ਪਰਮ ਪਿਤਾ ਪਰਮਾਤਮਾ ਦੇ ਨਾਲ ਮਿਲਣ, ਉਸ ਦੇ ਦੁਆਰੇ ਦਾ ਆਸਣ, ਔਰ ਉਸ ਦੇ ਪਰਮ ਪਿਤਾ ਪਰਮਾਤਮਾ ਦੇ ਦਰਸ਼ਦਾਰੇ ਦਾ ਫਲ ਬਣਦਾ ਹੈ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ, ਭਾਈ ਅਸੀਂ ਜਦੋਂ ਸਚਿਆਰਾ ਹੋਣਾ ਹੈ ਨਾ, ਤੇ ਅਸੀਂ ਪਰਮਾਤਮਾ ਦੇ ਹੁਕਮ ਨੂੰ ਮੰਨ ਲੈਣਾ ਹੈ, ਪਰਮਾਤਮਾ ਦੀ ਰਜ਼ਾ ਨੂੰ ਮੰਨ ਲੈਣਾ ਹੈ।
तो फिर सानू ये परमपिता परमात्मा का सुख जिहड़ा है वो परमपिता परमात्मा अपने आप ही सानू प्राप्त हो जाएगा। साडे कर्म दे विच, साडे धर्म दे विच ये धर्म जिहड़ा है ये हुक्म ही धर्म है, परमात्मा नू सृष्टि चलाउण दा धर्म है जिहड़ा ये हमेशा साडे नाल चलदा रहिंदा। जिवें जिवें जीवन चलदा है उस तरह ये हुक्म साडे नाल 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 चलदा रहिंदा है। तो इस तरह ये जिहड़ा जो असी कर्म करते हैं उस दा फल जिहड़ा है साडे मस्तक दे उत्ते लिखिया जांदा है। तो गुरु साहब कहंदे आ हुक्मी होवण जी हुक्म मिले वडियाई, हुक्मी उत्तम नीच, हुक्म लिख दुख सुख पाईऐ, एक ना हुक्मी बख्शीस। तो गुरु साहब कहंदे आ भाई ये दुख सुख जिहड़े आ ये हुक्म दे नाल ही सानू प्राप्त हुंदे आ। लिख दुख सुख पाई है, एक ना हुक्मी बख्शीस। ते एक ऐसे बंदे जिहड़े परमात्मा दे सच नूं धारण कर लैंदे आ उन्हां नूं परमात्मा दी बख्शिश भी इस हुक्म द्वारा ही प्राप्त हुंदी है। भाव सारी सृष्टि दे विच सारे जीवां दे कर्मां दा हिसाब इस हुक्म द्वारा भाव परमात्मा दे इह धर्म द्वारा जिहड़ा है अपने आप हुंदा रहिंदा है। अपने आप इस दा हिसाब जिहड़ा है नबेड़ा इसदा वो हुंदा रहिंदा है। एक हुक्मी सदा भवाई है, हुक्मे अंदर सब को। गुरु साहब कहंदे भी एक बंदियां नूं उन्हां दे कर्म दा फल जिहड़ा है, झूठ दा कूड़ दा फल जिहड़ा है वो ऐसा बनदा है कि वो 84 लाख जूनां दे चक्कर दे विच भवाए भाव चक्कर खांदे रहिंदे आ। गेड़े दे चक्कर ऐसा गेड़ा उन्होंने बनता है, ऐसा चक्कर उन्होंने बनता है कि वो चक्कर खांदे रहिंदे आ। भवाई दा मतलब चक्कर खाना। तो साध संगत जी इस तरह दे नाल ये हुक्म जिहड़ा है एक ना हुक्मी बख्शीस, हुक्मे अंदर सब को बाहर हुक्म ना कोई। ते गुरु साहब कहंदे आ भाई ये सारा ही संसार जिन्ना भी असी देख रहे हैं, जिन्ना भी असी अखां दे नाल इस संसार नूं देख रहे हैं, चाहे वो कोई चंद सूरज होवे, चाहे वो तारा मंडल आकाश मंडल होवे, चाहे वो धरती होवे, चाहे वो जल होवे, चाहे वो जीव होण, चाहे वो पशु पक्षी होण, चाहे वो बंदे होण, चाहे वो नदियां नाले होण, ये सारिਆਂ नूं ही परमात्मा दा हुक्म लागू है। दरियावां नदियां नालिਆਂ नूं भी परमात्मा दा हुक्म लागू है कि जे परमात्मा दा हुक्म लागू है तो परमात्मा दे हुक्म दे विच बन्ने होए अपने यथा स्थान दे उत्ते ये चलाएमान रहिंदे आ। वरना जे परमात्मा दा हुक्म ना होवे तो ये अपनी मर्जी करन ते जिधर नूं मर्जी जिस तरीके नाल भी चले जाण ये तबाही मचाउंदे होए पानी जल जिहड़ा दरिया जिहड़ा है वो अपना कर्म करता रहिंदा। पर नहीं, ये परमात्मा दे हुक्म दे वजे होए यथा स्थान दे उत्ते चलदे आ। जे परमात्मा दा हुक्म होवे ते किसी होर रस्ते पासे नूं फिर मुड़दे आ, पर वरना वो अपने स्थान दे उत्ते ही चलदे रहिंदे आ। ये हर जीव नूं एक कल्ले दरियावां पहाड़ां जां होर किसी नूं नहीं, धरती नूं नहीं, बल्कि संसार दे सारी दी सारी कुदरत जिहड़ी है उस नूं ये हुक्म जिहड़ा है चलाएमान करदा है। और ये हुक्म दी बज्जी हुई सारी सृष्टि जिहड़ी है वो परमपिता परमात्मा दे हुक्म दे विच अपना कर्म करदी रहिंदी है। और ये सारी सृष्टि दे नाल ही कर्म हुक्म जिहड़ा है ये अपने आप चलदा रहिंदा है। इहनूं कहण दी लोड़ नहीं पैंदी, इहनूं बोलण दी लोड़ नहीं पैंदी, इहदे किसी विशेष वास्ते नहीं लाया जांदा। ये हर बंदे ते हर जीव ते हर पशु पक्षी ते ये लागू हुंदा है कि जैसा भी वो कर्म करेगा उस नूं वैसा ही फल प्राप्त करना पाएगा। ये हुक्म जिहड़ा है ये उस जीव दे नाल ही हमेशा ही लग्या होया। और जदों ये कर्म करदा उदों उस दे मत्थे दे उत्ते उस दा जिहड़ा लेख है वो परमपिता परमात्मा वालों वो लिखिया जाता है, वो हुक्म द्वारा लिखिया जाता है। तो साध संगत जी इस तरह गुरु साहब कहते हुक्मे अंदर सब को बार हुक्म ना कोई, नानक हुक्म जे बुझे ता हौमै कहे ना कोई। ते गुरु साहब कहते भी जिहड़ियां रूहां नूं इस हुक्म की पछाण आ जाती है, भाव इन्हां नूं पता लग जाता है कि साडा हुक्म जिहड़ा है साडे नाल ही है। जे असी कूड़ करांगे, जे किसी नाल धोखा करांगे, किसी दी निंदिया चुगली करांगे, किसी दा
ਧੱਕਾ ਕਰਾਂਗੇ, ਕਿਸੇ ਨਾਲ ਠੱਗੀ ਕਰਾਂਗੇ, ਕਿਸੇ ਨੂੰ ਜ਼ੋਰ ਡਰਾਵਾ ਦੇਵਾਂਗੇ ਤੇ ਸਾਨੂੰ ਉਸ ਦਾ ਫਲ ਜਿਹੜਾ ਹੈ ਤਤਕਾਲ ਹੀ ਪ੍ਰਾਪਤ ਸਾਡੇ ਮੱਥੇ ਦੇ ਉੱਤੇ ਲਿਖਿਆ ਜਾਏਗਾ ਔਰ ਸਾਨੂੰ ਉਹ ਭੋਗਣਾ ਪਏਗਾ ਸਮੇਂ ਸਿਰ। ਜਦੋਂ ਸਮਾਂ ਆ ਜਾਏਗਾ ਉਦੋਂ ਸਾਨੂੰ ਇਹ ਫਲ ਜਿਹੜਾ ਹੈ ਭੋਗਣਾ ਪਏਗਾ। ਇਹ ਬੀਜ ਬੀਜਿਆ ਹੋਇਆ ਜਿਹੜਾ ਹੈ ਅਨੰਤ ਗੁਣਾ ਹੋ ਕੇ ਸਾਨੂੰ ਇਸ ਦਾ ਫਲ ਜਿਹੜਾ ਹੈ ਭੋਗਣਾ ਪੈਂਦਾ ਹੈ। ਜੇ ਅਸੀਂ ਪਾਪ ਕਰਮ ਕਰਦੇ ਹਾਂ ਤਾਂ ਵੀ ਅਨੰਤ ਗੁਣਾ ਹੋ ਕੇ ਸਾਨੂੰ ਮਿਲਦਾ ਹੈ। ਜੇ ਅਸੀਂ ਸੁੱਖ ਕਰਮ ਕਰਦੇ ਹਾਂ, ਸੱਚ ਕਰਮ ਕਰਦੇ ਹਾਂ, ਤੇ ਉਸ ਦਾ ਫਲ ਵੀ ਜਿਹੜਾ ਸੁੱਖ ਜਿਹੜਾ ਹੈ ਉਹ ਸਾਨੂੰ ਅਨੰਤ ਗੁਣਾ ਹੋ ਕੇ ਸਾਡੇ ਜੀਵਨ ਦੇ ਵਿੱਚ ਸਾਨੂੰ ਭੋਗਣਾ ਪੈਂਦਾ ਹੈ। ਤੇ ਉਹ ਗੁਰੂ ਸਾਹਿਬ ਕਹਿੰਦੇ ਆ, ਬਾਹਰ ਇਸ ਹੁਕਮ ਤੋਂ ਬਾਹਰ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਬਾਹਰ ਹੁਕਮ ਨਾ ਕੋਏ। ਇਸ ਹੁਕਮ ਦੇ ਬਾਹਰ ਕੋਈ ਵੀ ਨਹੀਂ ਹੈ। ਸੰਸਾਰ ਦਾ ਕੋਈ ਵੀ ਜੀਵ ਜਿਹੜਾ ਹੈ ਇਹ ਹੁਕਮ ਦੇ ਵਿੱਚ ਬਾਹਰ ਨਹੀਂ ਹੈ। ਇਹ ਹੁਕਮ ਦੇ ਵਿੱਚ ਹੀ ਸਾਰਾ ਸੰਸਾਰ ਚੱਲ ਰਿਹਾ। ਸਾਰੀ ਕੁਦਰਤ ਜਿਹੜੀ ਹੈ, ਸਾਰੀ ਸ੍ਰਿਸ਼ਟੀ ਜਿਹੜੀ ਹੈ, ਇਹ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਰਹੀ ਹੈ। ਇਹ ਹੁਕਮ ਇਹੀ ਹੈ ਕਿ ਜਿਸ ਨੂੰ ਅਸੀਂ ਧਰਮ ਕਹਿੰਦੇ ਹਾਂ, ਜਿਸ ਨੂੰ ਅਸੀਂ ਸ੍ਰਿਸ਼ਟੀ ਚਲਾਉਣ ਦੇ ਪਰਮਾਤਮਾ ਦੇ ਸਿਧਾਂਤ ਕਹਿੰਦੇ ਹਾਂ, ਇਹ ਹਮੇਸ਼ਾ ਸਾਡੇ ਨਾਲ ਆਪਣੇ ਆਪ ਬਿਨਾਂ ਕੁਛ ਕਹਿਆਂ, ਬਿਨਾਂ ਕੁਛ ਬੋਲਿਆਂ, ਬਿਨਾਂ ਕੁਛ ਹੁਕਮ ਕੀਤਿਆਂ ਇਹ ਆਪਣੇ ਆਪ ਜਿਹੜਾ ਵਰਤਦੇ ਰਹਿੰਦੇ ਆ। ਔਰ ਇਸ ਦਾ ਫਲ ਜਿਹੜਾ ਹੈ ਇਹ ਸਾਰੇ ਜੀਵਾਂ ਨੂੰ ਵਰਤਣਾ ਪੈਂਦਾ ਹੈ। ਇਹ ਇੱਕ ਪਰਮਾਤਮਾ ਦਾ ਸ੍ਰਿਸ਼ਟੀ ਚਲਾਉਣ ਦਾ ਇੱਕ ਧਰਮ ਹੈ। ਸ੍ਰਿਸ਼ਟੀ ਚਲਾਏਮਾਨ ਹੈ। ਇਸ ਧਰਮ ਦੇ ਸਿਰ 'ਤੇ ਹੀ ਇਹ ਸ੍ਰਿਸ਼ਟੀ ਚਲਾਏਮਾਨ ਹੈ। ਤੋ ਸਾਧ ਸੰਗਤ ਜੀ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੇ। ਜਿਨ੍ਹਾਂ ਨੂੰ ਇਸ ਹੁਕਮ ਦੀ ਸਮਝ ਆ ਜਾਂਦੀ ਹੈ, ਹਉਮੈ ਕਹੇ ਨਾ ਕੋਏ। ਫਿਰ ਹੰਕਾਰ ਦੀ ਗੱਲ, ਮੈਂ ਦੀ ਗੱਲ, ਕੂੜ ਦੀ ਗੱਲ ਕੋਈ ਵੀ ਬੰਦਾ ਨਹੀਂ ਕਰਦਾ। ਇਸ ਤਰ੍ਹਾਂ ਦੇ ਨਾਲ ਇਹ ਜੀਵ ਨੂੰ ਸਮਝ ਆ ਜਾਂਦੀ ਹੈ ਕਿ ਇਹ ਕੂੜ ਜਿਹੜਾ ਹੈ ਸਾਨੂੰ ਨਰਕ ਦੇ ਰਸਤੇ ਵੱਲ ਲੈ ਕੇ ਜਾਏਗਾ ਤੇ ਸੱਚ ਜਿਹੜਾ ਹੈ ਸਾਨੂੰ ਉਹ ਪਰਮਾਤਮਾ ਦੇ ਦਰਸ਼ਨ ਕਰਾਏਗਾ। ਇਸ ਤਰ੍ਹਾਂ ਦੇ ਨਾਲ ਹਰ ਜੀਵ ਜਿਹੜਾ ਹੈ ਇਹ ਗੱਲ ਨੂੰ ਸਮਝ ਜਾਂਦਾ ਹੈ ਤੇ ਉਹ ਕਦੇ ਵੀ ਹਉਮੈ ਦੀ ਗੱਲ ਨਹੀਂ ਕਰਦਾ। ਉਹ ਹਮੇਸ਼ਾ ਸ਼ਰਨਾਗਤ ਹੋ ਕੇ ਪਰਮਪਿਤਾ ਪਰਮਾਤਮਾ ਦੀ ਸ਼ਰਨ ਹੋ ਕੇ, ਨੀਵਾਂ ਹੋ ਕੇ, ਇੱਕੋ ਓਮਕਾਰ ਦਾ ਨਾਮ ਸਤਨਾਮ ਸਿਮਰਨ ਕਰਦਾ ਹੋਇਆ ਉਸ ਪਰਮਪਿਤਾ ਪਰਮਾਤਮਾ ਦੇ ਦਰਸਦਾਰਿਆਂ ਵੱਲ ਨੂੰ ਵੱਧਦਾ ਹੈ। ਉਸ ਪਰਮਪਿਤਾ ਪਰਮਾਤਮਾ ਦੇ ਮਹਿਲ ਵੱਲ ਨੂੰ, ਸੱਚਖੰਡ ਵੱਲ ਨੂੰ ਵੱਧਦਾ ਹੈ। ਔਰ ਅਖੀਰ ਜਦੋਂ ਇਹ ਸੱਚ ਦਾ ਧਾਰਨੀ ਜੀਵ ਜਿਹੜਾ ਹੈ ਉਹ ਨਾਮ ਸਿਮਰਨ ਕਰਦਾ ਹੋਇਆ, ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੋਇਆ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦਾ ਹੋਇਆ, ਉਹ ਆਪਣੇ ਜੀਵਨ ਦੇ ਵਿੱਚ ਪੂੰਜੀ, ਨਾਮ ਦੀ ਪੂੰਜੀ ਇਕੱਠੀ ਕਰਕੇ ਇੱਕ ਪੰਡ ਬਣ ਕੇ ਆਪਣੇ ਨਾਲ ਲੈ ਜਾਂਦਾ ਹੈ। ਔਰ ਜਿੱਥੇ ਜਾ ਕੇ ਉਸ ਪਰਮਪਿਤਾ ਪਰਮਾਤਮਾ ਦੇ ਦੁਆਰੇ ਦੇ ਉੱਤੇ ਇਹ ਪ੍ਰਗਟ ਹੁੰਦਾ ਹੈ ਤਾਂ ਉੱਥੇ ਇਸ ਸੰਸਾਰ ਦੇ ਇਸ ਜੀਵ ਦਾ, ਜਿਸ ਨੇ ਪਰਮਪਿਤਾ ਪਰਮਾਤਮਾ ਦਾ ਨਾਮ ਦੀ ਪੂੰਜੀ ਇਕੱਠੀ ਕਰਕੇ ਆਪਣਾ ਧਨ ਇਕੱਠਾ ਕੀਤਾ ਹੈ, ਆਪਣੀ ਪੰਡ ਬਣਾ ਕੇ ਆਪਣੇ ਨਾਲ ਲੈ ਗਿਆ, ਇਹ ਜਿਹੜਾ ਨਾਮ ਦਾ ਧਨ ਜਿਹੜਾ ਹੈ ਇਹ ਸਾਡੇ ਨਾਲ ਜਾਂਦਾ ਹੈ। ਅਤੇ ਜਦੋਂ ਇਹ ਸਤਿਗੁਰੂ ਦੇ ਦੁਆਰੇ ਦੇ ਪਹੁੰਚਦਾ ਤੇ ਸਤਿਗੁਰੂ ਪਰਮਪਿਤਾ ਪਰਮਾਤਮਾ ਇਸ ਨੂੰ ਜੀ ਆਇਆਂ ਆਖਦਾ, ਬੜਾ ਸਤਿਕਾਰ ਕਰਦਾ ਹੈ। ਦੇਵਤੇ ਇਸ ਦਾ ਬਹੁਤ ਸਤਿਕਾਰ ਕਰਦੇ ਆ, ਫੁੱਲਾਂ ਦੀ ਵਰਖਾ ਕਰਦੇ ਆ, ਜੈ ਜੈਕਾਰ ਕਰਦੇ ਆ। ਇਸ ਜੀਵ ਦੀ ਇੰਨੀ ਉਪਮਾ, ਇੰਨੀ ਵਡਿਆਈ, ਇੰਨਾ ਸਤਿਕਾਰ ਹੁੰਦਾ ਕਿ ਪਰਮਪਿਤਾ ਪਰਮਾਤਮਾ ਜਿਹੜਾ ਹੈ ਆਪ ਵੀ ਦੁਆਰੇ ਦੇ ਉੱਤੇ ਆ ਕੇ ਇਸ ਜੀਵ ਨੂੰ ਜੀ ਆਇਆਂ ਆਖਦਾ ਹੈ। ਤੋ ਇਸ ਤਰ੍ਹਾਂ ਦੇ ਨਾਲ ਇਹ ਹੁਕਮ ਦਾ ਖੇਲ ਹੈ ਭਾਈ। ਇਹ ਹੁਕਮ ਜਿਹੜਾ ਹੈ ਹਮੇਸ਼ਾ ਹੀ ਇਸ ਸੰਸਾਰ ਦੇ ਵਿੱਚ ਚਲਾਏਮਾਨ ਹੈ। ਔਰ ਜਿਸ ਦੇ ਹੁਕਮ ਦੇ ਬੱਝੇ ਹੋਈ ਇਹ ਸੰਸਾਰ ਦੇ ਜੀਵ, ਹੁਕਮ ਦੇ ਬੱਝੇ ਹੋਏ ਸੰਸਾਰ ਦੇ ਤਾਰਾ ਮੰਡਲ, ਨਛੱਤਰ, ਧਰਤੀ, ਚੰਨ, ਸੂਰਜ, ਧਰਤੀ, ਨਦੀਆਂ, ਨਾਲੇ, ਦਰਿਆ, ਪਰਬਤ, ਝਰਨੇ, ਸਭ ਕੁੱਲ ਬਨਸਪਤ, ਕੁੱਲ ਕੁਦਰਤ ਜਿਹੜੀ ਹੈ ਉਹ ਹੁਕਮ ਦੇ ਵਿੱਚ ਬੱਝੀ ਹੋਈ ਹੀ ਪਰਮਾਤਮਾ ਦੀ ਸ਼ਰਨ ਦੇ ਵਿੱਚ ਪਰਮਾਤਮਾ ਦੇ ਹੁਕਮ ਨਾਲ ਚੱਲ ਰਹੀ ਹੈ। ਜੈਸਾ ਕੋਈ ਕਰਮ ਕਰਦਾ ਹੈ ਵੈਸੇ ਫਲ ਉਸ ਨੂੰ ਪ੍ਰਾਪਤ ਹੋ ਜਾਂਦੇ ਹੈ। ਇਸ ਤਰ੍ਹਾਂ ਦੇ ਨਾਲ ਇਹ ਹੁਕਮ ਜਿਹੜਾ ਹੈ ਹਰ ਜੀਵ ਦੇ ਨਾਲ ਲੱਗਿਆ ਹੋਇਆ। ਪਰ ਗੁਰੂ ਸਾਹਿਬ ਨੇ ਸਾਨੂੰ ਇਹ ਬਖਸ਼ਿਸ਼ ਕਰ ਦਿੱਤੀ ਹੈ ਭਾਈ, ਇਹ ਕੂੜ ਜਿਹੜੀ ਹੈ, ਕਿਉਂਕਿ ਕੂੜ ਸੰਸਾਰ ਦੇ ਵਿੱਚ ਦੋ ਹੀ ਰਸਤੇ ਹੈ, ਇੱਕ ਸੱਚ ਔਰ ਇੱਕ ਕੂੜ। ਜਿਸ ਨੇ ਕੂੜ ਧਾਰਨ ਕਰ ਲਿਆ ਉਸ ਨੂੰ ਦੁੱਖਾਂ ਦਾ, ਰੋਗਾਂ ਦਾ ਔਰ ਨਰਕ ਦਾ ਜਿਹੜਾ ਹੈ ਉਹ ਆਸਣ ਪ੍ਰਾਪਤ ਹੁੰਦਾ ਹੈ। ਅਤੇ ਜੇ ਕਿਸੇ ਨੇ ਸੱਚ ਧਾਰਨ ਕਰਕੇ
परमात्मा का नाम सिमरन करिया, परमात्मा की शरण रिहा ते उस नूं सुखां की प्राप्ति हो के वो परमपिता परमात्मा के दर्शदारियां तक्कर भी पहुँच के परमपिता परमात्मा के द्वारे का आसन प्राप्त कर लैंदा और परमपिता परमात्मा की जोत दे विच साडी रूह जिहड़ी है वो भेद हो जाती है। तो साध संगत जी इस तरह के नाल ये साडा संसार दे विच जिहड़ा ये हुक्म जिहड़ा है परमपिता परमात्मा का चलायमान है और हमेशा चल रहा है, हमेशा वरत रहा है, हमेशा कर्म कर रहा है, हमेशा ही ये जीव जिहड़े है इस हुक्म के मुताबिक जिहड़े है अपने आप नूं भोग भी उन्होंने भोगना पैंदा है। वो इस हुक्म तो मुनकर नहीं हो सकते, कदे भी इस हुक्म तो बाहर नहीं जा सकते। इस हुक्म नूं हर जीव नूं मनना ही पैंदा है। तो साध संगत जी इस तरह दे नाल गुरु साहब ने सानू इस सचियारा होने दा वल दस्सिया कि भाई तुसी हुक्म दे विच रहो, तुसी परमपिता परमात्मा की शरण दे विच रहो, तुसी परमपिता परमात्मा दे सच दे धारनी हो तो फिर तुहानूं जिहड़ा जीवन जिहड़ा सुखां वाला हो के तुहानूं परमपिता परमात्मा की प्राप्ति हो जाएगी। तुहाडा आवागमन जिहड़ा 84 लाख जोनियां दा जिहड़ा आवागमन है वो कट्टिया जाएगा। तो साध संगत जी इन्हां विचारां करदा होया दास क्षमा दा जाचक है। वाहिगुरू जी का खालसा, वाहिगुरू जी की फतेह।